हाँ जी, सब तो पहले तो सत श्री अकाल साਰਿਆਂ ਨੂੰ। ਅੱਜ ਅਸੀਂ ਜੋ ਪੰਜਵੀਂ ਕਲਾਸ ਦੇ ਗਣਿਤ ਵਿਸ਼ੇ ਦਾ ਅਭਿਆਸ ਕਰਨ ਜਾ ਰਹੇ ਹਾਂ ਉਹ ਹੈ ਅਭਿਆਸ 1.3। ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ 1.1 ਅਤੇ 1.2 ਹੱਲ ਕਰ ਚੁੱਕੇ ਹਾਂ। ਜੇ ਤੁਸੀਂ ਨਹੀਂ ਦੇਖਿਆ ਤਾਂ ਉਹ ਵੀਡੀਓ ਜ਼ਰੂਰ ਦੇਖੋ। ਤੇ ਉਸ ਤੋਂ ਅੱਗੇ ਅਸੀਂ ਅੱਜ ਚੱਲ ਰਹੇ ਹਾਂ। ਤਾਂ ਇਸ ਦੇ ਵਿੱਚ ਕੀ ਹੈ, ਇਸ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਸਵਾਲ ਹੈ ਉਹ ਹੈ ਖਾਲੀ ਸਥਾਨ ਵਿੱਚ ਵੱਡਾ ਛੋਟਾ ਜਾਂ ਬਰਾਬਰ ਦਾ ਚਿੰਨ੍ਹ ਭਰੋ। ਖਾਲੀ ਸਥਾਨ ਦੇ ਵਿੱਚ ਵੱਡਾ ਛੋਟਾ ਜਾਂ ਬਰਾਬਰ ਦਾ ਚਿੰਨ੍ਹ ਭਰੋ। ਤਾਂ ਆਪਾਂ ਕੀ ਦੇਖਣਾ ਹੈ ਕਿ ਸੰਖਿਆ ਵੱਡੀ ਹੈ, ਛੋਟੀ ਹੈ ਜਾਂ ਬਰਾਬਰ ਹੈ। ਦੋ ਸੰਖਿਆਵਾਂ ਸਾਨੂੰ ਦਿੱਤੀਆਂ ਹੋਣਗੀਆਂ, ਉਹਨਾਂ ਦੋਨਾਂ ਸੰਖਿਆਵਾਂ ਦੇ ਵਿਚਕਾਰ ਇੱਕ ਬਾਕਸ ਦਿੱਤਾ ਹੋਊਗਾ। ਉਸ ਬਾਕਸ ਦੇ ਵਿੱਚ ਅਸੀਂ ਉਹ ਚਿੰਨ੍ਹ ਲਗਾਉਣਾ ਹੈ ਜੋ ਸੂਟੇਬਲ ਹੈ। ਸੂਟੇਬਲ ਚਿੰਨ੍ਹ ਕੀ ਦੇਖਿਆ ਜਾਊਗਾ, ਇੱਥੇ ਤਿੰਨ ਚਿੰਨ੍ਹ ਹੋਣਗੇ। ਇੱਕ ਵੱਡਾ ਹੈ, ਇੱਕ ਛੋਟਾ ਹੈ ਜਾਂ ਬਰਾਬਰ। ਇਹਨੂੰ ਕਹਿੰਦੇ ਆ ਵੱਡਾ, ਇਹਨੂੰ ਕਹਿੰਦੇ ਛੋਟਾ ਹੈ, ਇਹਨੂੰ ਕਹਿੰਦੇ ਬਰਾਬਰ ਦਾ ਚਿੰਨ੍ਹ। ਅੱਛਾ, ਇਹਦਾ ਪਤਾ ਕਿਸ ਤਰ੍ਹਾਂ ਲੱਗਦਾ ਹੈ? ਤੁਸੀਂ ਇੱਕ ਛੋਟਾ ਜਿਹਾ ਮਤਲਬ ਸਿੰਪਲ ਜਿਹਾ ਫੰਡਾ ਇੱਕ ਹੈ ਕਿ ਜਿਹੜੀ ਸੰਖਿਆ ਵੱਡੀ ਹੈ ਉਸ ਵੱਲ ਇਸ ਦਾ ਨਿਸ਼ਾਨ ਦਾ ਮੂੰਹ ਖੋਲ੍ਹਣਾ ਹੈ। ਠੀਕ ਹੈ, ਇੱਕ ਤਰ੍ਹਾਂ ਦਾ ਤੀਰ ਹੈ ਇਹ। ਜਿਹੜੀ ਸੰਖਿਆ ਛੋਟੀ ਹੈ ਉਹਦੇ ਤੀਰ ਮਾਰਨਾ ਬਸ ਆਪਾਂ। ਅੱਛਾ, ਤਾਂ ਇਹ ਦੇਖੋ ਹੁਣ ਵੱਡੀ ਸੰਖਿਆ ਛੋਟੀ ਸੰਖਿਆ ਦੀ ਪਹਿਚਾਣ ਕਿਸ ਤਰ੍ਹਾਂ ਕਰਨੀ ਹੈ। ਮੈਂ ਇੱਕ ਸਵਾਲ ਲੈ ਲੈਣਾ, ਮੰਨ ਲਓ A ਨੰਬਰ ਸਵਾਲ ਹੈ ਇਹਨਾਂ ਦਾ। ਇੱਥੇ ਬਾਕਸ ਹੈ, ਠੀਕ ਹੈ। ਇਸ ਤੋਂ ਬਾਅਦ ਇਹ ਦੋ ਸੰਖਿਆਵਾਂ ਦਿੱਤੀਆਂ ਹੋਈਆਂ, ਵਿਚਕਾਰ ਬਾਕਸ ਦਿੱਤਾ ਹੋਇਆ। ਆਪਾਂ ਇਸ ਬਾਕਸ ਦੇ ਵਿੱਚ ਇਹ ਸੂਟੇਬਲ ਜੋ ਸਾਈਨ ਹੈ ਇਹਨਾਂ ਦੇ ਵਿੱਚੋਂ ਜਿਹੜਾ ਵੀ ਚਿੰਨ੍ਹ ਉਹ ਆਪਾਂ ਇਹਦੇ ਵਿੱਚ ਭਰਾਂਗੇ। ਤਾਂ ਪਹਿਲਾਂ ਆਪਾਂ ਦੇਖਣਾ ਕੀ ਹੈ ਵੀ ਸੰਖਿਆ ਵੱਡੀ ਹੈ ਕਿ ਛੋਟੀ ਹੈ। ਇਹਦੇ ਵਿੱਚ ਕੀ ਕਰਨਾ ਹੁੰਦਾ ਆਪਾਂ ਨੇ, ਪਹਿਲਾਂ ਤਾਂ ਇਹ ਦੇਖੋ ਵੀ ਸੰਖਿਆ ਕਿੰਨੇ ਅੰਕਾਂ ਤੋਂ ਬਣੀ ਹੈ। ਦੋਨੋਂ ਸੰਖਿਆਵਾਂ ਦੇ ਵਿੱਚ ਦੇਖੋ ਕਿ ਕਿੰਨੇ ਅੰਕਾਂ ਤੋਂ ਬਣੀਆਂ ਹਨ। ਤਾਂ ਇਹ ਦੋਨੋਂ ਹੀ ਸੰਖਿਆਵਾਂ ਇਸ ਟਾਈਮ 4 ਅੰਕਾਂ ਦੀਆਂ ਨੇ। ਤਾਂ ਜਦੋਂ ਦੋਨੋਂ ਸੰਖਿਆਵਾਂ ਸੇਮ ਅੰਕਾਂ ਤੋਂ ਬਣੀਆਂ ਹੋਣ ਤਾਂ ਉਸ ਦੇ ਵਿੱਚ ਸਭ ਤੋਂ ਖੱਬੇ ਹੱਥ ਜਾਣੀ ਜਿੱਥੋਂ ਸੰਖਿਆ ਸ਼ੁਰੂ ਹੁੰਦੀ ਹੈ ਉਸ ਦਾ ਪਹਿਲਾ ਅੰਕ ਦੇਖ ਲਈਦਾ ਹੁੰਦਾ। ਲੱਗ ਜਾਏਗਾ ਵੀ ਜਿਹੜਾ ਖੱਬੇ ਤੋਂ ਪਹਿਲਾ ਅੰਕ ਹੈ ਜਾਣੀ ਇੱਧਰੋਂ ਵੀ ਇੱਧਰੋਂ ਵੀ, ਠੀਕ ਹੈ। ਤਾਂ ਇਹਦੇ ਵਿੱਚੋਂ ਵੱਡਾ ਕਿਹੜਾ ਹੈ, 8 ਜਾਂ 1? ਇਹਦੇ ਵਿੱਚ 8 ਵੱਡਾ ਹੈ, ਠੀਕ ਹੈ। ਤਾਂ ਇਹਦੇ ਵਿੱਚ 8 ਵੱਡਾ ਹੋਣ ਕਰਕੇ ਇੱਧਰਲੀ ਸੰਖਿਆ ਜਿਹੜੀ ਹੈ ਉਹ ਵੱਡੀ ਹੋ ਗਈ। ਜਾਣੀ ਇਹਦੇ ਵਿੱਚ ਖੱਬੀ ਸਾਈਡ ਵਾਲੀ, ਖੱਬੇ ਪਾਸੇ ਵਾਲੀ ਜਿਹੜੀ ਸੰਖਿਆ ਹੈ ਉਹ ਵੱਡੀ ਹੈ। ਤਾਂ ਆਪਾਂ ਕੀ ਕਰਾਂਗੇ, ਚਿੰਨ੍ਹ ਕਿਵੇਂ ਭਰਨਾ ਹੈ? ਮੈਂ ਪਹਿਲਾਂ ਦੱਸਿਆ ਸੀ ਕਿ ਜਿਹੜੀ ਸੰਖਿਆ ਵੱਡੀ ਹੈ ਉੱਧਰ ਮੂੰਹ ਖੋਲ੍ਹਣਾ ਹੈ। ਜਾਣੀ ਇਹਦੇ ਵਿੱਚ ਚਿੰਨ੍ਹ ਇਹ ਵਾਲਾ ਭਰਿਆ ਜਾਊਗਾ, ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਵੱਡੇ ਦਾ, ਛੋਟੇ ਦਾ ਤੇ ਬਰਾਬਰ ਦਾ ਚਿੰਨ੍ਹ ਭਰਾਂਗੇ। ਤੇ ਦੂਸਰੀ ਗੱਲ, ਜੇ ਮਤਲਬ ਵੈਸੇ ਤਾਂ ਪਹਿਲਾਂ ਕੋਸ਼ਿਸ਼ ਸਾਨੂੰ ਇਹੀ ਕਰਨੀ ਚਾਹੀਦੀ ਹੈ ਕਿ ਸੰਖਿਆ ਨੂੰ ਅਸੀਂ ਪੜ੍ਹ ਕੇ ਦੇਖੀਏ। ਇਕਾਈ, ਦਹਾਈ, ਸੈਂਕੜਾ, ਹਜ਼ਾਰ। 8072 ਇੱਧਰਲੀ ਸੰਖਿਆ ਕੀ ਹੈ, 8072 ਤੇ ਦੂਸਰੀ ਇਕਾਈ, ਦਹਾਈ, ਸੈਂਕੜਾ, ਹਜ਼ਾਰ। ਤਾਂ ਇਹ ਸੰਖਿਆ ਕੀ ਹੈ, 1872। 8072 ਤੇ 1872 ਇਹਨਾਂ ਦੇ ਵਿੱਚੋਂ ਵੱਡੀ ਕਿਹੜੀ ਹੋਏਗੀ, ਜਿਹੜੀ 8000 ਵਾਲੀ ਹੈ, ਠੀਕ ਹੈ। ਇਸ ਤਰ੍ਹਾਂ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਇਹਦੀ ਮੇਨ ਗੱਲ ਤਾਂ ਇਹੀ ਹੈ ਨਾ, ਠੀਕ ਹੈ ਨਾ। ਜਿਹੜਾ ਇਸ ਦਾ ਮੇਨ ਉਦੇਸ਼ ਹੈ ਉਹ ਤਾਂ ਇਹੀ ਹੈ ਨਾ ਵੀ ਤੁਹਾਨੂੰ ਵੱਡੇ ਛੋਟੇ ਦੀ ਅਸਲ ਪਹਿਚਾਣ ਹੋਵੇ, ਠੀਕ ਹੈ। ਜਿਹੜਾ ਮੈਂ ਦੂਸਰਾ ਦੱਸਿਆ ਤੁਹਾਨੂੰ ਤਰੀਕਾ ਕਿ ਉਹ ਪਹਿਲਾ ਅੰਕ ਦੇਖੋ, ਜੇ ਪਹਿਲਾ ਅੰਕ ਬਰਾਬਰ ਹੋਵੇ, ਠੀਕ ਹੈ, ਤਾਂ ਉਸ ਤੋਂ ਨਾਲ ਵਾਲਾ ਅੰਕ ਦੇਖ ਲਓ, ਠੀਕ ਹੈ। ਜੇ ਉਹ ਵੀ ਬਰਾਬਰ ਹੋਵੇ ਤਾਂ ਉਸ ਤੋਂ ਨਾਲ ਵਾਲਾ ਦੇਖ ਲਓ। ਇਸ ਤਰ੍ਹਾਂ ਆਪਾਂ ਇੱਧਰ ਨੂੰ ਵੱਧਦੇ ਜਾਵਾਂਗੇ ਤੇ ਵੱਡੀ ਸੰਖਿਆ ਜਾਂ ਛੋਟੀ ਸੰਖਿਆ ਉਹਦੀ ਪਹਿਚਾਣ ਕਰ ਲਵਾਂਗੇ, ਠੀਕ ਹੈ ਜੀ। ਇਹ ਸੀ ਤੁਹਾਡਾ ਪਹਿਲਾ ਸਵਾਲ। ਤੇ ਪਹਿਲੇ ਸਵਾਲ ਦਾ ਇੱਕ ਸਵਾਲ ਮੈਂ ਤੁਹਾਨੂੰ ਹੱਲ ਕਰਾਤਾ। ਤੇ ਇਹਦੇ ਵਿੱਚ ਇਸ ਤਰ੍ਹਾਂ ਦੇ A ਤੋਂ ਲੈ ਕੇ H ਤੱਕ ਸਵਾਲ ਨੇ, ਉਹ ਤੁਸੀਂ ਆਪਣੇ ਆਪ ਹੱਲ ਕਰਨੇ ਨੇ। ਤਾਂ ਦੂਸਰਾ ਸਵਾਲ ਜਿਹੜਾ ਇਸ ਲੜੀ ਦਾ ਉਹਦੇ ਵਿੱਚ ਹੈ, ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ ਲਿਖੋ। ਅਸੀਂ ਸਭ ਤੋਂ ਵੱਡੀ ਸੰਖਿਆ ਨੂੰ, ਸਾਡੇ ਕੋਲੇ 5 ਜਾਂ 6 ਸੰਖਿਆਵਾਂ ਤੋਂ ਬਣਿਆ ਇੱਕ ਮਤਲਬ ਸਵਾਲ ਦਿੱਤਾ ਹੋਇਆ, 6 ਸੰਖਿਆਵਾਂ ਤੋਂ ਬਣਿਆ। ਤੇ ਉਹਦੇ ਵਿੱਚੋਂ ਅਸੀਂ ਉਹ ਸੰਖਿਆ ਲੱਭਣੀ ਹੈ ਜਿਹੜੀ ਸਭ ਤੋਂ ਵੱਡੀ ਹੈ। ਤਾਂ ਸਭ ਤੋਂ ਵੱਡੀ ਸੰਖਿਆ ਸਾਨੂੰ ਪਹਿਚਾਣ ਕਿਵੇਂ ਹੋਊਗਾ ਉਹ ਮੈਂ ਤੁਹਾਨੂੰ ਹੁਣ ਦੱਸ ਹੀ ਚੁੱਕਿਆ, ਠੀਕ ਹੈ। ਪਹਿਲਾਂ ਤਾਂ ਆਪਾਂ ਨੇ ਇਹ ਦੇਖਣਾ ਹੁੰਦਾ ਵੀ ਸੰਖਿਆਵਾਂ ਦੇ ਵਿੱਚੋਂ ਇਹ ਸਾਰੀਆਂ ਸੰਖਿਆਵਾਂ ਕਿੰਨੇ ਅੰਕਾਂ ਦੀਆਂ ਨੇ, ਠੀਕ ਹੈ। ਤਾਂ ਉਹਦੇ ਵਿੱਚੋਂ ਜਿਹੜੀ ਸੰਖਿਆਵਾਂ ਵੱਧ ਅੰਕ ਦੀ ਹੋਊਗੀ ਤਾਂ ਉਹ ਸਭ ਤੋਂ ਵੱਡੀ ਹੋਊਗੀ। ਜੇ ਸਾਰਿਆਂ ਦੇ ਸਾਰੇ ਅੰਕ ਮੇਲ ਖਾਂਦੇ ਨੇ ਵੀ ਕਿੰਨੇ ਅੰਕ ਨੇ, ਇਹ ਸੰਖਿਆਵਾਂ ਦਿੱਤੀਆਂ ਹੋਈਆਂ ਨੇ ਤੇ 6 ਦੀਆਂ 6 5 ਅੰਕਾਂ ਦੀਆਂ ਸੰਖਿਆਵਾਂ ਨੇ, ਤਾਂ ਉੱਥੇ ਆਪਾਂ ਕੀ ਕਰਾਂਗੇ, ਉੱਥੇ ਆਪਾਂ ਉਹੀ ਕੰਮ ਕਰਾਂਗੇ, ਖੱਬੀ ਸਾਈਡ ਤੋਂ, ਖੱਬੇ ਪਾਸੇ ਤੋਂ
ਅੰਕ ਦੇਖਣਾ ਸ਼ੁਰੂ ਕਰਾਂਗੇ ਤੇ ਉਸ ਦੇ ਵਿੱਚੋਂ ਸਾਨੂੰ ਇਹ ਪਤਾ ਲੱਗ ਜਾਏਗਾ ਕਿ ਸੰਖਿਆ ਇਹਨਾਂ ਦੇ ਵਿੱਚੋਂ ਵੱਡੀ ਕਿਹੜੀ ਹੈ। ਠੀਕ ਹੈ, ਤਾਂ ਆਪਾਂ ਇੱਕ ਸਵਾਲ ਮੈਂ ਇਹਨਾਂ ਦਾ ਇਹ ਸਵਾਲ ਹੈ, ਦੂਸਰੇ ਦਾ ਇਹ ਸ਼ੁਰੂ ਕਰਨਾ। ਇਹਦੀ ਰਕਮ ਹੈ ਪਹਿਲੀ, ਜੇ ਆਪਾਂ ਪੜ੍ਹ ਲਈਏ ਤਾਂ ਬਹੁਤ ਵਧੀਆ ਗੱਲ ਹੈ, 8172। ਠੀਕ ਹੈ, 2578, 8127, 8728, 8527। ਠੀਕ ਹੈ, ਇਸ ਤਰ੍ਹਾਂ ਆਪਣੇ ਕੋਲ ਇਹ 1 2 3 4 ਤੇ 5 ਸੰਖਿਆਵਾਂ ਦੀ ਇੱਕ ਰਕਮ ਦੇਤੀ। ਤਾਂ ਇਹਦੇ ਵਿੱਚੋਂ ਆਪਾਂ ਨੇ ਲੱਭਣੀ ਕੀ ਹੈ, ਸਭ ਤੋਂ ਵੱਡੀ ਸੰਖਿਆ। ਤਾਂ ਸਭ ਤੋਂ ਵੱਡੀ ਸੰਖਿਆ ਦੇ ਵਿੱਚ ਪਹਿਲਾਂ ਤਾਂ ਇਹ ਦੇਖਣਾ ਇਹ ਸੰਖਿਆਵਾਂ ਕਿੰਨੇ ਅੰਕਾਂ ਦੀਆਂ ਨੇ। ਇਹ ਪੰਜੇ ਦੀਆਂ ਪੰਜੇ 4 ਅੰਕਾਂ ਦੀਆਂ ਸੰਖਿਆਵਾਂ ਨੇ। ਠੀਕ ਹੈ, ਤਾਂ ਉਹੀ ਆਪਣਾ ਤਰੀਕਾ, ਜਿਹੜੀ ਸਭ ਤੋਂ ਖੱਬੇ ਪਾਸੇ ਪਹਿਲਾ ਅੰਕ ਹੈ ਉਹ ਦੇਖੋ, ਇਹਦੇ 'ਚ 8 ਹੈ ਜੀ, ਇਹਦੇ 'ਚ 2 ਹੈ, ਇਹਦੇ 'ਚ 8 ਹੈ, ਇਹਦੇ 'ਚ 8 ਹੈ, ਇਹਦੇ 'ਚ 8 ਹੈ। ਜਿਹੜੀ ਆ 2 ਵਾਲੀ ਤਾਂ ਵੱਡੀ ਸਭ ਤੋਂ ਹੋ ਨਹੀਂ ਸਕਦੀ, ਇਹਨੂੰ ਤਾਂ ਆਪਾਂ ਇੱਕ ਵਾਰੀ ਰਿਮੂਵ ਕਰਤਾ। ਅੱਛਾ, ਉਸ ਤੋਂ ਬਾਅਦ ਰਹਿ ਗਈਆਂ ਆਪਣੇ ਕੋਲ 4 ਸੰਖਿਆਵਾਂ। ਹੁਣ 4 ਸੰਖਿਆਵਾਂ ਦਾ ਪਹਿਲਾ ਅੰਕ ਹੈ ਜਿਹੜਾ ਉਹ ਮਿਲਦਾ ਹੈ, ਤਾਂ ਆਪਾਂ ਉਸ ਤੋਂ ਅਗਲਾ ਅੰਕ, ਇਹਦੇ 'ਚ 1 ਹੈ। ਠੀਕ ਹੈ, ਇਹਦੇ 'ਚ ਵੀ 1 ਹੈ, ਇਹਦੇ 'ਚ 7 ਹੈ ਤੇ ਇਹਦੇ 'ਚ 5 ਹੈ। ਤਾਂ 7 ਵਾਲੀ ਵੱਡੀ ਹੋਏਗੀ ਸਭ ਤੋਂ। ਠੀਕ ਹੈ, ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ 1 ਵਾਲੀਆਂ ਤਾਂ 2 ਬਰਾਬਰ ਹੀ ਨੇ, 5 ਵਾਲੀ ਉਦੋਂ ਛੋਟੀ ਹੈ, ਤਾਂ ਸਭ ਤੋਂ ਵੱਡੀ ਇਹਦੇ 'ਚ ਕੀ ਹੈ, 7 ਵਾਲੀ ਹੈ। ਤਾਂ ਇਸ ਤਰ੍ਹਾਂ ਇਹਨਾਂ 5 ਸੰਖਿਆਵਾਂ ਦੇ ਵਿੱਚ ਸਭ ਤੋਂ ਵੱਡੀ ਕਿਹੜੀ ਹੋਈ, 8728। ਤਾਂ ਇਸ ਸੰਖਿਆ ਨੂੰ ਅਸੀਂ ਅਲੱਗ ਤੋਂ ਲਿਖਾਂਗੇ ਬਰਾਬਰ ਦੀ ਨਿਸ਼ਾਨੀ ਪਾ ਕੇ। ਸਭ ਤੋਂ ਵੱਡੀ ਸੰਖਿਆ ਬਰਾਬਰ 8728 ਆਨਸਰ। ਠੀਕ ਹੈ ਜੀ, ਇਸ ਤਰ੍ਹਾਂ ਅਸੀਂ ਇਹਨਾਂ ਦੇ ਵਿੱਚੋਂ ਵੱਡੀ ਸੰਖਿਆ ਲੱਭਣੀ ਹੈ। ਤਾਂ ਇਸ ਤੋਂ ਅੱਗੇ ਇਸ ਲੜੀ ਦਾ ਜੋ ਤੀਸਰਾ ਸਵਾਲ ਹੈ ਉਹ ਹੈ, ਤੀਸਰੇ ਦਾ ਮੈਂ ਇਹ ਸਵਾਲ ਲੂੰਗਾ। ਠੀਕ ਹੈ, ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਛੋਟੀ ਸੰਖਿਆ ਲਿਖੋ। ਇਹਦੇ ਵੀ A ਤੋਂ ਲੈ ਕੇ E ਤੱਕ ਸਵਾਲ ਨੇ। ਇਹਦੇ ਵਿੱਚ ਆਪਾਂ ਨੇ ਜਿਸ ਤਰ੍ਹਾਂ ਹੁਣ ਆਪਾਂ ਵੱਡੀ ਸੰਖਿਆ ਲੱਭੀ ਸੀ, ਠੀਕ ਹੈ, ਉਸੇ ਤਰ੍ਹਾਂ ਹੀ ਆਪਾਂ ਛੋਟੀ ਸੰਖਿਆ ਲੱਭਣੀ ਹੈ। ਛੋਟੀ ਸੰਖਿਆ ਦੇ ਲਈ ਮੈਂ ਪਹਿਲਾ ਸਵਾਲ ਲੈ ਲੈਣਾ। ਮੰਨ ਲਓ ਇਹਨਾਂ ਨੇ ਪਹਿਲਾ ਸਵਾਲ ਪਤਾ 9064, 7372, 8938, 9746, 9942। ਇੱਕ ਗੱਲ ਦਾ ਧਿਆਨ ਰੱਖਣਾ, ਇਹਨਾਂ ਨੂੰ ਇਸ ਤਰ੍ਹਾਂ ਨਹੀਂ ਪੜ੍ਹਨਾ ਕਦੇ ਵੀ 9064 ਜਾਂ 7372 ਇਸ ਤਰ੍ਹਾਂ ਨਹੀਂ ਪੜ੍ਹਨਾ। ਆਪਾਂ ਜਿਸ ਤਰ੍ਹਾਂ ਜੋ ਇਹਦਾ ਐਕਚੁਅਲ ਤਰੀਕਾ ਹੈ ਨਾ, ਅਸਲ ਤਰੀਕਾ ਜੋ, ਉਸੇ ਤਰ੍ਹਾਂ ਹੀ ਇਹਨਾਂ ਸੰਖਿਆਵਾਂ ਨੂੰ ਪੜ੍ਹਨਾ। ਤਾਂ ਇਹਨਾਂ ਦੇ ਵਿੱਚੋਂ ਆਪਣੇ ਲੱਭਣੀ ਕੀ ਹੈ ਹੁਣ, ਸਭ ਤੋਂ ਛੋਟੀ ਸੰਖਿਆ। ਉਹੀ ਫੰਡਾ, ਇਹ ਪਹਿਲਾਂ ਤਾਂ ਇਹ ਦੇਖੋ ਵੀ ਇਹ ਸਾਰੀਆਂ ਸੰਖਿਆਵਾਂ ਕਿੰਨੇ ਅੰਕਾਂ ਤੋਂ ਬਣੀਆਂ ਨੇ। ਇਹ ਸਾਰੀਆਂ ਪੰਜੇ ਦੀਆਂ ਪੰਜੇ ਸੰਖਿਆਵਾਂ 4 ਅੰਕਾਂ ਤੋਂ ਹੀ ਬਣੀਆਂ ਨੇ। ਤਾਂ ਆਪਾਂ ਉਹੀ ਖੱਬੇ ਤੋਂ ਪਹਿਲਾ ਅੰਕ ਦੇਖਣਾ ਸ਼ੁਰੂ ਕਰਾਂਗੇ। ਇੱਧਰ ਪਹਿਲਾ ਅੰਕ 9 ਹੈ, ਇੱਧਰ 7 ਹੈ, ਤੀਸਰੀ ਦੇ ਵਿੱਚ 8, ਚੌਥੀ ਦੇ ਵਿੱਚ 9 ਤੇ ਪੰਜਵੀਂ ਦੇ ਵਿੱਚ 9। ਆਪਾਂ ਨੇ ਇਸ ਟਾਈਮ ਵੱਡੀ ਨਹੀਂ ਲੱਭਣੀ, ਛੋਟੀ ਲੱਭਣੀ ਹੈ। ਤਾਂ ਆਪਣਾ ਫੋਕਸ ਵੀ ਛੋਟੀ ਤੇ ਹੀ ਹੋਵੇ। ਠੀਕ ਹੈ, ਤਾਂ ਆਪਾਂ ਕੀ ਕਰਾਂਗੇ, 9 ਵਾਲੀਆਂ ਜਿਹੜੀਆਂ ਸੰਖਿਆਵਾਂ ਨੇ ਉਹਨੂੰ ਸਾਈਡ ਬਾਈ ਰੱਖ ਦਾਂਗੇ। ਇਹ ਤਾਂ ਆਪਾਂ ਦੇਖਣੀ ਹੀ ਨਹੀਂ ਕਿਉਂਕਿ ਇਹ ਵੱਡੀਆਂ ਹੋ ਗਈਆਂ। ਠੀਕ ਹੈ, ਉਸ ਤੋਂ ਅੱਗੇ ਕੀ ਹੈ, 8 ਉਸ ਤੋਂ ਛੋਟਾ ਹੈ, ਤਾਂ ਸਭ ਤੋਂ ਛੋਟਾ ਕੀ ਹੈ, 7। ਤਾਂ ਆਪਾਂ ਨੇ ਸਭ ਤੋਂ ਛੋਟੀ ਵਾਲੀ ਸੰਖਿਆ ਹੀ ਲੱਭਣੀ ਸੀ। ਇਸ 7 ਨੇ ਸਾਨੂੰ ਦੱਸਤਾ ਕਿ ਜਿਹੜੀ ਇਹ ਵਾਲੀ ਸੰਖਿਆ, ਇਹ ਪੰਜੇ ਸੰਖਿਆਵਾਂ ਦੇ ਵਿੱਚੋਂ ਸਭ ਤੋਂ ਛੋਟੀ ਸੰਖਿਆ। ਤਾਂ ਆਪਾਂ ਉਹਨੂੰ ਨੀਚੇ ਲਿਖਾਂਗੇ, ਸਭ ਤੋਂ ਛੋਟੀ ਸੰਖਿਆ ਬਰਾਬਰ 7372। ਇਹ ਆਨਸਰ ਹੋ ਗਿਆ। ਠੀਕ ਹੈ, ਇਸ ਤਰ੍ਹਾਂ ਇਹਦੇ ਅਗਲੇ ਸਵਾਲ ਇਸ ਲੜੀ ਦੇ ਵਿੱਚ ਉਹ ਕਰਦੇ ਆ। ਇਹ ਤਾਂ ਤੁਸੀਂ ਹੁਣ ਆਪਣੇ ਆਪ ਕਰ ਲਓਗੇ ਨਾ ਇਸ ਸਵਾਲ ਵਾਲੇ। ਠੀਕ ਹੈ, ਇਸ ਤੋਂ ਅੱਗੇ ਆਪਾਂ ਚੱਲਦੇ ਹਾਂ। ਤੁਹਾਡਾ ਚੌਥਾ ਸਵਾਲ ਹੈ, ਸੰਖਿਆਵਾਂ ਨੂੰ ਵੱਧਦੇ ਕ੍ਰਮ ਦੇ ਵਿੱਚ ਲਿਖੋ। ਵੱਧਦੇ ਕ੍ਰਮ ਦੇ ਵਿੱਚ ਲਿਖਣਾ ਹੈ। ਵੱਧਦੇ ਕ੍ਰਮ ਦੇ ਵਿੱਚ ਕਿਸ ਤਰ੍ਹਾਂ ਲਿਖਣਾ ਹੈ, ਪਹਿਲਾਂ ਸਭ ਤੋਂ ਛੋਟੀ ਸੰਖਿਆ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ। ਠੀਕ ਹੈ, ਇਸ ਤਰ੍ਹਾਂ ਇਹੀ 5 ਜਾਂ 6 ਸੰਖਿਆਵਾਂ ਤੋਂ ਇੱਕ ਰਕਮ ਸਾਨੂੰ ਦਿੱਤੀ ਹੋਊਗੀ। ਜਿੱਦਾਂ ਮੈਂ ਪਹਿਲਾ ਸਵਾਲ ਲੈ ਲੈਣਾ, ਇਹ ਸਵਾਲ ਇਹਦੇ ਵਿੱਚ ਦਿੱਤਾ ਹੋਇਆ ਹੈ 9036, ਕੌਮਾ ਪਾਇਆ ਹੋਇਆ, ਫਿਰ
6,309, फिर 9,610, उस तो अगे 3 अंकों की है 699, फिर 4 अंकों की 1000। ठीक है, पहला तो आपने ये देखना होंगे भी संख्यावां सारियां किन्ने अंकों तो बनिया ने। ये 4 संख्यावां ने जिहड़ियां 4 अंकों तो बनिया, तो एक संख्या है जिहड़ी कि 3 अंकों तो बनी है। ठीक है, आपने करना की है वाधे क्रम, तो सब तो छोटी संख्या आपको पहला लिखनी पऊगी। सानू ये पता लग गई कि 3 अंकों की जिहड़ी संख्या है वो सब तो छोटी है, जानी सानू शुरुआत करने के लिए पहली रकम है जिहड़ी वो मिल गई, पहली संख्या जिहड़ी वो मिल गई। तो पहली संख्या असी 699 शुरू ਦੇ ਵਿੱਚ ਲਿਖ ਲਾਂਗੇ। ठीक है, हुण इस तो अगे ਆਪਾਂ ਵੱਡੀ करनी है ना। ठीक है, ਜਾਨੀ ਵੱਡੀ ਵੱਲ ਮੂੰਹ ਖੁੱਲਦਾ ਹੁੰਦਾ ਤਾਂ ਆਪਾਂ ਉਹੀ ਚਿੰਨ੍ਹ ਵਰਤਾਂਗੇ ਇੱਥੇ ਮੂੰਹ ਖੋਲੇ ਦਾ। ठीक है, क्योंकि 600 ਵੱਡੀ ਤੋਂ ਤਾਂ 699 ਤੋਂ ਤਾਂ ਉਹ ਵੱਡੀ ਹੀ ਹੋਏਗੀ ਨਾ। ठीक है, ਤਾਂ ਇਸ ਤੋਂ ਅੱਗੇ 699 ਤੋਂ ਬਾਅਦ ਇਸ ਤੋਂ ਬਾਅਦ ਵਾਲੀ ਸੰਖਿਆ ਆਪਾਂ ਨੂੰ ਲੱਭਣੀ ਹੈਗੀ। ਤਾਂ ਇਹਨਾਂ ਦੇ ਵਿੱਚੋਂ ਹੁਣ ਬਾਕੀ ਦੀਆਂ 4 ਸੰਖਿਆਵਾਂ ਦੇ ਵਿੱਚੋਂ ਜਿਹੜੀ ਸਭ ਤੋਂ ਛੋਟੀ ਹੋਊਗੀ ਉਹ 699 ਤੋਂ ਵੱਡੀ ਹੋਊਗੀ। ਤਾਂ ਆਪਾਂ ਕੀ ਕਰਾਂਗੇ, ਉਹਨਾਂ ਦਾ ਪਹਿਲਾ ਅੰਕ ਦੇਖਾਂਗੇ। ਇੱਧਰ 9 ਹੈ, ਇੱਧਰ 6 ਹੈ, ਇੱਧਰ 9 ਹੈ ਤੇ ਇੱਧਰ 1 ਹੈ। ਜਾਨੀ 9 9 6 ਤੇ 1, ਇਹਨਾਂ 'ਚ ਛੋਟਾ ਕਿਹੜਾ ਹੋਇਆ 1। ਜਾਨੀ 1 ਜਾਨੀ 1699 ਤੋਂ ਵੱਡਾ ਹੈ, ਤਾਂ ਉਹ ਦੂਸਰਾ ਸਥਾਨ ਉਹਦਾ ਬਣ ਗਿਆ 1000। ठीक है, फिर ਉਹੀ चिन्ह भी 1000 ਤੋਂ ਵੱਡੀ ਸੰਖਿਆ ਹੁਣ ਆਪਾਂ ਨੇ ਲੱਭਣੀ ਹੈ। ठीक है, ਉਸ ਤੋਂ ਬਾਅਦ ਮਗਰ ਰਹੀਆਂ 3, ਆਪਾਂ ਇਹਨਾਂ ਨੂੰ ਕੱਟਦੇ ਜਾਵਾਂਗੇ ਵੀ ਆਪਾਂ ਇਹਨੂੰ ਵਰਤ ਲਿਆ, ਇਹਨੂੰ ਵਰਤ ਲਿਆ। ठीक है, ਉਸ ਤੋਂ ਅੱਗੇ 3 ਸੰਖਿਆਵਾਂ ਸਾਡੇ ਕੋਲ ਰਹਿ ਗਈਆਂ 9036, 6309 ਤੇ 9610। ਤਾਂ ਇਹਦੇ ਵਿੱਚੋਂ ਪਹਿਲਾ ਅੰਕ ਹੀ ਆਪਾਂ ਦੇਖਾਂਗੇ, ਇਹਨਾਂ ਦਾ ਵੀ 9 ਹੈ, ਇਹਦਾ ਵੀ 9 ਹੈ, ਇਹਦਾ 6 ਹੈ। ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਛੋਟੀ ਸੰਖਿਆ ਇਹ ਹੋਗੀ, ਜਾਨੀ ਇਹਦਾ ਤੀਸਰਾ ਸਥਾਨ ਹੈ ਜਿਹੜਾ ਉਹ ਬਣ ਗਿਆ। ਜਾਨੀ 6309 ਨੂੰ ਅਸੀਂ ਤੀਸਰੇ ਸਥਾਨ 'ਤੇ ਲਿਖ ਦਾਂਗੇ। ਉਸ ਤੋਂ ਬਾਅਦ ਫਿਰ ਉਹੀ ਚਿੰਨ੍ਹ। ਠੀਕ ਹੈ, ਇਸ ਨੂੰ ਕੱਟ ਦਿਆਂਗੇ। ਹੁਣ ਮਗਰ ਰਹੀਆਂ 2 ਸੰਖਿਆਵਾਂ, ਇਹਨਾਂ ਦੇ ਵਿੱਚੋਂ ਦੋਨਾਂ ਦਾ ਪਹਿਲਾ ਅੰਕ ਜਿਹੜਾ 9 ਹੈ, ਇਸ ਕਰਕੇ ਸਾਨੂੰ ਪਹਿਲੇ ਅੰਕ ਤੋਂ ਨਹੀਂ ਪਤਾ ਲੱਗਦਾ ਵੀ ਇਹਨਾਂ 'ਚੋਂ ਵੱਡੀ ਕਿਹੜੀ ਹੈ। ਉਸ ਤੋਂ ਅੱਗੇ ਦੂਜਾ ਅੰਕ ਜਿਹੜਾ ਹੈ ਇਸ ਦਾ 0 ਹੈ, ਇਹਦਾ 6 ਹੈ। ਜਾਨੀ ਇਹ ਸੰਖਿਆ ਵੱਡੀ ਹੈ, ਇਹ ਛੋਟੀ ਹੈ। ਆਪਾਂ ਨੂੰ ਤਾਂ ਛੋਟੀ ਚਾਹੀਦੀ ਹੈ ਨਾ। ਠੀਕ ਹੈ, ਤਾਂ 9036 ਅਗਲਾ ਸਥਾਨ ਬਣ ਗਿਆ ਇਸ ਦਾ। ਠੀਕ ਹੈ, ਤੇ ਇਸ ਨੂੰ ਕੱਟ ਦਾਂਗੇ, ਮਗਰ ਲਾਸਟ ਰਹਿ ਗਿਆ। ਠੀਕ ਹੈ, ਲਾਸਟ ਦੇ ਵਿੱਚ ਆਪਾਂ ਨੂੰ ਜ਼ਿਆਦਾ ਕਿਸੇ ਨਾਲ ਕੰਪੈਰੀਜ਼ਨ ਕਰਨ ਦੀ ਵੀ ਲੋੜ ਨਹੀਂ। ਤਾਂ 9610 ਨੂੰ ਆਪਾਂ ਐਂਡ 'ਚ ਲਿਖ ਦਾਂਗੇ। ਇਹ ਬਣ ਗਿਆ ਜੀ ਤੁਹਾਡਾ ਵਾਧਾ ਕ੍ਰਮ। ਠੀਕ ਹੈ, ਇਹ ਉੱਪਰਲੀਆਂ ਸੰਖਿਆਵਾਂ ਨੂੰ ਅਸੀਂ ਹੁਣ ਵਾਧੇ ਕ੍ਰਮ ਦੇ ਵਿੱਚ ਲਿਖਤਾ। 699, 1000, 6309, 9036 ਤੇ 9610 ਇਹ ਇਸ ਦਾ ਅਸਲ ਕ੍ਰਮ ਹੈ, ਵਾਧਾ ਕ੍ਰਮ। ਠੀਕ ਹੈ, ਤਾਂ ਇਹੀ ਇਹਦਾ ਆਨਸਰ ਬਣ ਗਿਆ। ਤਾਂ ਹੁਣ ਇਸ ਦੇ ਨਾਲ ਦੇ ਸਵਾਲ ਇਹਦੇ ਵਿੱਚ A ਤੋਂ ਲੈ ਕੇ E ਤੱਕ 5 ਤਰ੍ਹਾਂ ਦੇ ਸਵਾਲ ਦਿੱਤੇ ਹੋਏ ਨੇ। ਠੀਕ ਹੈ, ਇਹ ਤੁਸੀਂ ਬਾਕੀ ਦੇ ਆਪਣੇ ਆਪ ਕਰਕੇ ਦੇਖਣੇ ਨੇ। ਤਾਂ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ। ਇਸ ਤੋਂ ਅੱਗੇ 5ਵਾਂ ਸਵਾਲ ਹੈ ਜੀ, ਸੰਖਿਆਵਾਂ ਨੂੰ ਘਟਦੇ ਕ੍ਰਮ ਦੇ ਵਿੱਚ ਲਿਖੋ। ਹੁਣ ਆਪਾਂ ਵੱਧਦੇ ਕ੍ਰਮ ਦੇ ਵਿੱਚ ਲਿਖ ਕੇ ਹਟੇ ਹਾਂ। ਹੁਣ ਇਸ ਤੋਂ ਅਗਲਾ ਸਵਾਲ ਆ ਗਿਆ, ਸੰਖਿਆਵਾਂ ਨੂੰ ਘਟਦੇ ਕ੍ਰਮ ਦੇ ਵਿੱਚ ਲਿਖੋ। ਮੈਂ ਪਹਿਲਾ ਸਵਾਲ ਲੈਣਾ, ਜਿੱਦਾਂ 7084, 8084, 4048, 5074, 6785। ਇਹ 5 ਸੰਖਿਆਵਾਂ ਤੋਂ ਮਿਲ ਕੇ ਇੱਕ ਰਕਮ ਬਣ ਗਈ ਆਪਣੇ ਕੋਲੇ। ਠੀਕ ਹੈ, ਤਾਂ ਇਹਦੇ ਵਿੱਚ ਆਪਾਂ ਇਹ ਦੇਖਣਾ ਹੈ ਵੀ ਇਹਦੇ ਵਿੱਚੋਂ ਸਭ ਤੋਂ ਵੱਡੀ ਕਿਹੜੀ ਹੈ, ਕਿਉਂਕਿ ਹੁਣ ਆਪਾਂ ਘਟਦੇ ਕ੍ਰਮ ਦੇ ਵਿੱਚ ਜਾਣਾ, ਪੌੜੀਆਂ ਉਤਰਨੀਆਂ ਨੇ। ਠੀਕ ਹੈ, ਤਾਂ ਘਟਦੇ ਕ੍ਰਮ ਦੇ ਲਈ ਸਭ ਤੋਂ ਪਹਿਲਾਂ ਵੱਡੀ ਸੰਖਿਆ ਇਹਦੇ ਵਿੱਚੋਂ ਲੱਭਣੀ ਪੈਣੀ ਹੈ, ਤੇ ਵੱਡੀ ਸੰਖਿਆ ਨੂੰ ਅਸੀਂ ਮੂਹਰੇ ਲਿਖਾਂਗੇ। ਉਹ ਸਾਡੀ ਪਹਿਲੀ ਸੰਖਿਆ ਬਣ ਜੂਗੀ। ਉਸ ਤੋਂ ਅੱਗੇ ਆਪਾਂ ਉੱਤਰਦੇ ਜਾਵਾਂਗੇ। ਤਾਂ ਇਸ ਦੇ ਵਿੱਚ ਪਹਿਲਾ ਅੰਕ ਦੇਖਾਂਗੇ, ਕਿਉਂਕਿ 4 ਅੰਕਾਂ ਤੋਂ ਹੀ ਬਣੀਆਂ ਨੇ। ਠੀਕ ਹੈ, 5 ਸੰਖਿਆਵਾਂ 4 ਅੰਕਾਂ ਤੋਂ ਹੀ ਬਣੀਆਂ ਨੇ। ਤਾਂ ਆਪਾਂ ਕੀ ਕਰਾਂਗੇ, ਪਹਿਲਾ ਅੰਕ ਇਸ ਦਾ 7 ਹੈ, ਦੂਜੀ ਦਾ 8, ਤੀਸਰੀ ਦਾ 4, ਚੌਥੀ ਦਾ 5 ਤੇ ਪੰਜਵੀਂ ਦਾ 6। ਠੀਕ ਹੈ, ਤਾਂ ਆਪਾਂ ਨੇ ਕੀ ਕਰਨਾ, ਆਪਾਂ ਨੇ ਘਟਦੇ ਕ੍ਰਮ ਦੇਖਣਾ, ਜਿਹਨੀ ਇਸ ਟਾਈਮ ਆਪਾਂ ਸਭ ਤੋਂ ਵੱਡੀ ਲੱਭਣੀ ਹੈ। ਤਾਂ ਸਭ ਤੋਂ ਵੱਡੀ ਇਹਨਾਂ ਦੇ ਵਿੱਚੋਂ ਕਿਹੜੀ ਹੋ ਗਈ ਜੀ, 8 ਵਾਲੀ। ਠੀਕ ਹੈ, ਤਾਂ ਆਹ ਸੰਖਿਆ ਸਾਨੂੰ ਸਭ ਤੋਂ ਵੱਡੀ ਮਿਲ ਗਈ। ਤਾਂ ਉਸ ਨੂੰ ਅੱਗੇ ਆਪਾਂ ਸ਼ੁਰੂ ਦੇ ਵਿੱਚ ਲਿਖ ਲਾਂਗੇ 8084, ਇਹ ਸਭ ਤੋਂ ਵੱਡੀ ਮਿਲ ਗਈ। ਠੀਕ ਹੈ, ਹੁਣ ਗੱਲ ਆ ਗਈ ਕਿ ਇਹਦੇ ਵਿੱਚ ਚਿੰਨ੍ਹ ਕਿਹੜਾ ਪਾਈਏ। ਹੁਣ ਉਹਦੇ ਵਿੱਚ ਚਿੰਨ੍ਹ ਆਪਾਂ
ਛੋਟੀ ਹੈ ਦਾ ਪਾਇਆ ਸੀ, ਠੀਕ ਹੈ। ਹੁਣ ਆਪਾਂ ਚਿੰਨ੍ਹ ਪਾਵਾਂਗੇ ਵੱਡੀ ਹੈ। 8084 ਵੱਡੀ ਹੈ ਬਾਕੀ ਦੀਆਂ ਸੰਖਿਆਵਾਂ ਤੋਂ, ਠੀਕ ਹੈ। ਯਾਨੀ ਇਹਦੇ ਵੱਲ ਮੂੰਹ ਖੋਲ ਦਾਂਗੇ, ਬਾਕੀ ਦੀਆਂ ਵੱਲ ਜਿਹੜਾ ਉਹ ਹੈ ਤੀਰ ਹੈ ਉਹ ਬਣਾ ਦਿਆਂਗੇ। ਤਾਂ ਇਸ ਤੋਂ ਅੱਗੇ 8000 ਤੋਂ 8 ਤੋਂ ਬਾਅਦ ਹੁਣ ਆਪਾਂ ਇਹ ਦੇਖਾਂਗੇ 8 ਤੋਂ ਬਾਅਦ ਛੋਟਾ ਕੌਣ ਸੀ। 8 ਤੋਂ ਬਾਅਦ 4 ਤਾਂ ਵਿੱਚ ਪਿਆ 7, ਠੀਕ ਹੈ। 5 ਦੇ ਵਿੱਚ ਵੀ 7 ਪਿਆ, 6 ਦੇ ਵਿੱਚ ਵੀ 7 ਪਿਆ, ਇਹਦਾ ਮਤਲਬ 7 ਉਸ ਤੋਂ ਅਗਲੀ ਜਗ੍ਹਾ ਬਣਾ ਗਿਆ, ਠੀਕ ਹੈ। ਯਾਨੀ 7084 ਆਪਣੀ ਅਗਲੀ ਜਗ੍ਹਾ ਤੇ ਆ ਗਿਆ। ਇਸ ਤੋਂ ਅਗਲਾ ਸਥਾਨ ਲੱਭਣ ਦੇ ਲਈ ਫਿਰ ਉਹੀ ਚਿੰਨ੍ਹ, ਠੀਕ ਹੈ। ਇਹਨੂੰ ਆਪਾਂ ਰਿਮੂਵ ਕਰ ਦੇਂਗੇ, ਠੀਕ ਹੈ। 7 ਵਾਲੇ ਤੋਂ ਬਾਅਦ 6 ਵਾਲਾ ਆਊਗਾ, ਠੀਕ ਹੈ। ਯਾਨੀ 6785, ਠੀਕ ਹੈ। ਫਿਰ ਉਹੀ ਚਿੰਨ੍ਹ ਛੋਟੀ ਹੈ ਦਾ, ਤੇ ਇਹਨੂੰ ਆਪਾਂ ਰਿਮੂਵ ਕਰ ਦੇਂਗੇ। ਸਾਡੇ ਕੋਲ ਆਹ 2 ਸੰਖਿਆਵਾਂ ਰਹਿ ਗਈਆਂ, ਇਹਨਾਂ ਦੇ ਵਿੱਚੋਂ ਆਹ ਵੱਡੀ ਹੈ, ਠੀਕ ਹੈ। ਆਪਣੇ ਹੀ ਇਸ ਤੋਂ ਅਗਲਾ ਬਣ ਜਾਊਗਾ 5074, ਠੀਕ ਹੈ। ਫਿਰ ਛੋਟੀ ਹੈ ਦਾ ਚਿੰਨ੍ਹ, ਫਿਰ 4048, ਠੀਕ ਹੈ। ਇਸ ਤਰ੍ਹਾਂ ਇਹ ਸੰਖਿਆਵਾਂ ਨੂੰ ਅਸੀਂ ਘਟਦੇ ਕ੍ਰਮ ਦੇ ਵਿੱਚ ਲਿਖ ਦਿੱਤਾ, ਠੀਕ। ਇਸ ਤੋਂ ਬਾਅਦ ਜਿਹੜਾ 6ਵਾਂ ਸਵਾਲ ਹੈ, ਹੁਣ 6ਵੇਂ ਸਵਾਲ ਦੀ ਰਕਮ ਤੁਹਾਡੀ ਸਕਰੀਨ ਤੇ ਆ ਰਹੀ ਹੈ। ਇਸ ਰਕਮ ਦੇ ਵਿੱਚ ਕੀ ਹੈ, ਸਾਨੂੰ 5 ਅੰਕ ਦਿੱਤੇ ਅਲੱਗ-ਅਲੱਗ ਦੇ, ਠੀਕ ਹੈ। ਕਹਿੰਦੇ 6 7 8 4 ਅਤੇ 1 ਨੂੰ ਵਰਤਦੇ ਹੋਏ 5 ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ। ਇਹ ਦੋਨੋਂ ਪਹਿਲਾਂ ਵਾਲੇ ਸਵਾਲਾਂ ਤੋਂ ਥੋੜਾ ਵੱਖਰਾ ਸਵਾਲ ਹੈ। ਇਹਦੇ ਵਿੱਚ ਆਪਾਂ ਕਰਨਾ ਕੀ ਹੈ, ਇਹਨਾਂ ਅੰਕਾਂ ਨੂੰ ਵਰਤਦੇ ਹੋਏ ਆਪਾਂ ਨੇ ਇੱਕ ਤਾਂ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਹੈ, ਇੱਕ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ। ਕਿਉਂਕਿ ਸਾਡੇ ਕੋਲ ਇਹ 5 ਅੱਡ-ਅੱਡ ਤਰ੍ਹਾਂ ਦੇ ਅੰਕ ਨੇ, ਇਹਦਾ ਮਤਲਬ ਸਾਨੂੰ 5 ਅੰਕਾਂ ਦੀ ਹੀ ਬਣਾਉਣੀ ਹੈ, ਕਿਉਂਕਿ ਉਹਨਾਂ ਨੇ ਕਹਿ ਵੀ ਦਿੱਤਾ ਆਪਾਂ ਨੂੰ, ਠੀਕ ਹੈ। ਤਾਂ ਮੈਂ ਪਹਿਲਾਂ ਤਾਂ ਵੱਡੀ ਤੋਂ ਵੱਡੀ ਬਣਾ ਕੇ ਦਿਖਾਉਣਾ ਤੁਹਾਨੂੰ। ਪਹਿਲਾਂ ਮੈਂ ਇੱਥੇ ਲਿਖ ਲੈਣਾ ਵੱਡੀ ਤੋਂ ਵੱਡੀ ਸੰਖਿਆ, ਠੀਕ ਹੈ। ਤੇ ਮੈਂ 5 ਅੰਕਾਂ ਦੀ ਹੀ ਬਣਾ ਰਿਹਾ, ਇਸ ਲਈ ਮੈਂ ਮੂਹਰੇ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਨਹੀਂ ਲਿਖੀ। ਤੁਸੀਂ ਲਿਖਣਾ ਹੋਇਆ ਤੁਸੀਂ ਉਹ ਵੀ ਲਿਖ ਸਕਦੇ ਹੋ, ਠੀਕ ਹੈ। ਤਾਂ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਜਿਹੜੀ ਇਹਨਾਂ ਅੰਕਾਂ ਤੋਂ ਬਣੀ, ਆਪਣੇ ਕੋਲ ਅੰਕ ਕਿਹੜੇ ਨੇ, ਆਪਣੇ ਕੋਲ ਅੰਕ ਹੈਗੇ ਜੀ 6 7 8 4 ਤੇ 1। ਆਪਾਂ ਇਹਨਾਂ ਤੋਂ ਹੀ ਬਣਾਉਣਾ ਹੈ। ਤਾਂ ਵੱਡੀ ਤੋਂ ਬਣਾਉਣ ਦੇ ਲਈ ਆਪਾਂ ਕੀ ਕਰਾਂਗੇ, ਵੱਡੀ ਤੋਂ ਵੱਡੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਅੰਕ ਹੈ ਉਹਨੂੰ ਮੂਹਰੇ ਲਿਖ ਲਾਂਗੇ, ਠੀਕ ਹੈ ਨਾ। ਫਿਰ ਉਸ ਤੋਂ ਅੱਗੇ ਉਸ ਤੋਂ ਛੋਟਾ, ਫਿਰ ਉਸ ਤੋਂ ਅੱਗੇ ਉਸ ਤੋਂ ਛੋਟਾ, ਫਿਰ ਦੀ ਇਹ ਗੱਲ ਕਰਦੇ ਹਾਂ। ਤਾਂ ਇਹਦੇ ਵਿੱਚ ਸਭ ਤੋਂ ਵੱਡੀ ਸੰਖਿਆ, ਇਹਦੇ ਵਿੱਚ ਸਭ ਤੋਂ ਵੱਡੀ ਸੰਖਿਆ ਇਹਨਾਂ ਵਿੱਚ ਕਿਹੜੀ ਹੈ 8। ਤਾਂ ਉਸ ਤੋਂ ਅੱਗੇ 7, ਉਸ ਤੋਂ ਬਾਅਦ 6, ਉਸ ਤੋਂ ਬਾਅਦ 4 ਤੇ ਉਸ ਤੋਂ ਬਾਅਦ 1। ਜਿਹੜੀ ਸਾਡੇ ਕੋਲ ਇੱਕ ਸੰਖਿਆ ਫਰੇਮ ਹੋ ਗਈ ਉਹ ਇਹ ਹੈ। ਉਹ ਕੀ ਹੈ, ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000 ਕਰਕੇ ਆਪਾਂ ਇੱਥੇ ਕੋਮਾ ਲਾ ਸਕਦੇ ਹਾਂ। 87,641 ਇਹ ਸੰਖਿਆ ਵੱਡੀ ਤੋਂ ਵੱਡੀ ਸੰਖਿਆ ਉਹਨਾਂ 5 ਅੰਕਾਂ ਤੋਂ ਜਿਹੜੇ ਸਾਨੂੰ ਦਿੱਤੇ ਗਏ ਸੀ। ਤਾਂ ਇਸ ਤੋਂ ਬਾਅਦ ਹੁਣ ਆਪਾਂ ਬਣਾਉਣੀ ਹੈ 5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ, ਛੋਟੀ ਤੋਂ ਛੋਟੀ ਸੰਖਿਆ। ਤਾਂ ਛੋਟੀ ਤੋਂ ਛੋਟੀ ਸੰਖਿਆ ਲਈ ਪਹਿਲਾਂ ਛੋਟਾ ਅੰਕ 1, ਠੀਕ ਹੈ। ਫਿਰ ਉਸ ਤੋਂ ਵੱਡਾ 4, ਫਿਰ ਉਸ ਤੋਂ ਵੱਡਾ 6, ਉਸ ਤੋਂ ਵੱਡਾ 7, ਉਸ ਤੋਂ ਵੱਡਾ 8। ਮੈਂ ਇੱਥੇ ਕਹਿ ਰਿਹਾ ਸੀ, ਠੀਕ ਹੈ, ਕਿ ਜੇਕਰ ਇੱਥੇ 0 ਹੁੰਦੀ ਤਾਂ ਸਭ ਤੋਂ ਪਹਿਲਾਂ ਆਪਾਂ 1 ਹੀ ਲਗਾਉਂਦੇ, ਉਸ ਤੋਂ ਬਾਅਦ 0 ਲਗਾਉਂਦੇ, ਕਿਉਂਕਿ 0 ਸਭ ਤੋਂ ਛੋਟਾ ਹੈ ਪਰ ਉਹਦਾ ਕੋਈ ਮੁੱਲ ਨਹੀਂ ਹੈਗਾ। ਆਪਾਂ ਨੇ ਇੱਥੇ ਉਹੀ ਅੰਕ ਲਗਾਉਣਾ ਜਿਹਦਾ ਕੋਈ ਮੁੱਲ ਹੈ, ਠੀਕ ਹੈ ਜੀ। ਇਸ ਗੱਲ ਦਾ ਖਾਸ ਧਿਆਨ ਰੱਖੋ, ਕਈ ਵਾਰੀ 0 ਨਾਲ ਵੀ ਇਸ ਤਰ੍ਹਾਂ ਦੇ ਸਵਾਲ ਪਾ ਦਿੰਦਾ, ਠੀਕ ਹੈ। ਤਾਂ ਇਹ ਸੀ ਆਪਣਾ 6ਵਾਂ ਸਵਾਲ, ਜਿਹਦੇ ਵਿੱਚ ਵੱਡੀ ਤੋਂ ਵੱਡੀ ਸੰਖਿਆ 5 ਅੰਕਾਂ ਦੀ ਤੇ 5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਸੀ, ਤੇ ਅੰਕ ਸਾਨੂੰ ਗਿਵਨ ਸੀ ਤੇ ਉਹਨਾਂ ਨੂੰ ਹੀ ਵਰਤਣਾ ਸੀ। ਤਾਂ ਇਸ ਤੋਂ ਅੱਗੇ, ਹਾਂਜੀ, ਹੁਣ ਇਸ ਤੋਂ ਅੱਗੇ ਆਪਾਂ ਕਰਦੇ ਹਾਂ ਸਵਾਲ 7ਵਾਂ। ਤੁਹਾਡੀ ਸਕਰੀਨ ਤੇ ਆ ਰਿਹਾ 5 8 3 0 ਅਤੇ 9 ਨੂੰ ਵਰਤਦੇ ਹੋਏ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ। ਲਓ ਜੀ, ਉਹੀ ਸਵਾਲ ਆ ਗਿਆ ਜਿੱਦਾਂ ਮੈਂ ਉੱਪਰ ਤੁਹਾਨੂੰ ਕਰਾ ਕੇ ਹਟਿਆ, ਠੀਕ ਹੈ। ਇਸ ਸਵਾਲ ਤੁਸੀਂ ਆਪਣੇ ਆਪ ਕਰਕੇ ਦੇਖੋ, ਮੈਂ ਤੁਹਾਨੂੰ ਛੱਡਦਾ। ਇਹਦੇ ਵਿੱਚ 0 ਆ ਗਈ ਹੈ, ਇਸ ਦਾ ਖਾਸ ਧਿਆਨ ਰੱਖਣਾ ਹੈ, ਠੀਕ ਹੈ। ਇਹਦੇ ਵਿੱਚ ਆਪਾਂ 5 ਅੰਕਾਂ ਦੀ ਪਹਿਲਾਂ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਹੈ, ਉਸ ਤੋਂ ਬਾਅਦ 5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ, ਠੀਕ ਹੈ ਜੀ। ਤਾਂ ਇਸ ਤੋਂ ਅਗਲਾ ਸਵਾਲ ਹੈ 8ਵਾਂ ਸਵਾਲ, ਤੁਹਾਡੀ ਸਕਰੀਨ ਤੇ ਆ ਰਿਹਾ। ਵੱਖ-ਵੱਖ ਅੰਕਾਂ ਦਾ ਪ੍ਰਯੋਗ ਕਰਕੇ 5 ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ
ਸੰਖਿਆ ਲਿਖੋ। ਹੁਣ ਜਿਹੜਾ 8ਵਾਂ ਸਵਾਲ ਹੈ ਨਾ, ਇਹਦੇ ਵਿੱਚ ਵੱਖ-ਵੱਖ ਅੰਕਾਂ ਦਾ ਪ੍ਰਯੋਗ ਕਰਨਾ। ਸਾਨੂੰ ਅੰਕ ਨਹੀਂ ਦਿੱਤੇ, ਉਹਨਾਂ ਨੇ ਖੁਦ ਨਹੀਂ ਦਿੱਤੇ ਅੰਕ। ਹੁਣ ਅਸੀਂ ਆਪ ਦੇਖਣੇ ਨੇ ਵੀ 5 ਅੰਕ ਅਸੀਂ ਲੈਣੇ ਨੇ, ਕਿਉਂਕਿ ਇਹਨਾਂ ਨੇ ਆਪਾਂ ਨੂੰ 5 ਅੰਕਾਂ ਦੀ ਕਹਿਤਾ। ਠੀਕ ਹੈ, ਤਾਂ 5 ਅੰਕ ਸਾਡੇ ਕੋਲੇ ਅੰਕ ਹੈ ਕਿੰਨੇ? ਸਾਡੇ ਕੋਲੇ ਅੰਕ 0 ਤੋਂ ਲੈ ਕੇ 9 ਤੱਕ 10 ਅੰਕ ਨੇ ਸਾਡੀ ਮਤਲਬ ਪੂਰੀ ਗਿਣਤੀ ਦੇ ਵਿੱਚ। 0 1 2 3 4 5 6 7 8 3। ਠੀਕ ਹੈ, ਇਹ ਸਾਡੇ ਕੋਲੇ ਅੰਕ ਹੁੰਦੇ ਨੇ ਜਿਹੜੇ ਸਾਨੂੰ ਕੁਦਰਤੀ ਤੌਰ ਤੇ ਮਿਲੇ ਹੋਏ ਨੇ। ਤਾਂ ਇਹਨਾਂ ਅੰਕਾਂ ਦੇ ਵਿੱਚੋਂ ਕੋਈ 5 ਅੰਕ ਅਸੀਂ ਵਰਤਣੇ ਨੇ, ਤੇ ਪਹਿਲਾਂ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਹੈ, ਫਿਰ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ। ਉਸੇ ਤਰ੍ਹਾਂ ਮੈਂ ਲਿਖ ਲੈਣਾ ਵੱਡੀ ਤੋਂ ਵੱਡੀ ਸੰਖਿਆ। ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਵੀ ਇਹਨਾਂ ਦੇ ਵਿੱਚ ਅਸੀਂ ਅੰਕ ਨੂੰ ਦੁਹਰਾਉਣਾ ਨਹੀਂ, ਰਿਪੀਟ ਨਹੀਂ ਕਰਨਾ। ਠੀਕ ਹੈ, ਤਾਂ ਆਪਾਂ ਵੱਡੀ ਤੋਂ ਵੱਡੀ ਸੰਖਿਆ ਦੇ ਲਈ ਕੀ ਕਰਦੇ ਹੁੰਦੇ ਸੀ? ਸਭ ਤੋਂ ਵੱਡਾ ਅੰਕ ਪਹਿਲਾਂ ਲੈਂਦੇ ਹੁੰਦੇ ਸੀ। ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਅੰਕ ਕਿਹੜਾ ਹੈ? 9। ਬਸ ਫਿਰ ਉਹੀ 5 ਅੰਕ ਪੂਰੇ ਕਰ ਦਿਓ। 9, ਉਸ ਤੋਂ ਛੋਟਾ 8, ਉਸ ਤੋਂ ਛੋਟਾ 7, ਉਸ ਤੋਂ ਛੋਟਾ 6 ਤੇ ਉਸ ਤੋਂ ਛੋਟਾ 5। ਪਰ ਧਿਆਨ ਰੱਖਿਓ 5 ਅੰਕਾਂ ਤੋਂ ਵਧਣੀ ਨਹੀਂ ਚਾਹੀਦੀ। 1 2 3 4 5 ਅੰਕ ਹੋ ਗਏ। ਠੀਕ ਹੈ, ਤਾਂ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000 ਕਰਕੇ 98,765 ਇਹ ਸੰਖਿਆ ਹੈ ਜਿਹੜੀ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੈ ਤੇ ਵੱਖ-ਵੱਖ ਅੰਕਾਂ ਤੋਂ ਬਣੀ ਹੋਈ। ਤਾਂ ਇਸੇ ਤਰ੍ਹਾਂ ਹੀ ਆਪਾਂ ਛੋਟੀ ਤੋਂ ਛੋਟੀ ਸੰਖਿਆ ਬਣਾਵਾਂਗੇ। ਛੋਟੀ ਤੋਂ ਛੋਟੀ ਸੰਖਿਆ, ਹਾਂਜੀ 5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ। ਤਾਂ ਇਸ ਦੇ ਵਿੱਚ ਸਭ ਤੋਂ ਛੋਟਾ ਅੰਕ ਕਿਹੜਾ ਹੈ? 0। ਪਰ ਉਸ ਗੱਲ ਦਾ ਖਾਸ ਧਿਆਨ ਰੱਖੋ ਕਿ 0 ਦਾ ਕੋਈ ਮੁੱਲ ਨਹੀਂ ਹੁੰਦਾ। ਠੀਕ ਹੈ, ਇਸ ਦੇ ਲਈ ਆਪਾਂ 0 ਨੂੰ ਸ਼ੁਰੂ 'ਚ ਨਹੀਂ ਲਾ ਸਕਦੇ। ਤਾਂ ਉਸ ਤੋਂ ਬਾਅਦ ਕੀ ਹੈ? 1। ਤਾਂ 1 ਨੂੰ ਆਪਾਂ ਮੂਹਰੇ ਲਾਵਾਂਗੇ। ਹੁਣ 0 ਦਾ ਮੁੱਲ ਪੈ ਗਿਆ ਕਿਉਂਕਿ 1 ਮੂਹਰੇ ਲੱਗ ਗਿਆ। ਠੀਕ ਹੈ, ਤਾਂ ਦੂਜਾ ਅੰਕ ਆਪਾਂ 0 ਲਗਾਵਾਂਗੇ। ਠੀਕ ਹੈ, ਇੱਕ ਅੰਕ 1 ਲਾਤਾ ਤੇ ਦੂਸਰੇ ਸਥਾਨ 'ਤੇ ਅੰਕ 0 ਲਗਾਤਾ। ਤਾਂ ਤੀਜੇ ਸਥਾਨ 'ਤੇ 2, ਫਿਰ 3 ਤੇ ਫਿਰ 4। ਇਹ 5 ਅੰਕ ਪੂਰੇ ਹੋ ਗਏ। ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000 ਕਰਕੇ 10,234 ਛੋਟੀ ਤੋਂ ਛੋਟੀ ਸੰਖਿਆ ਹੈ। ਤਾਂ ਇਸ ਤਰ੍ਹਾਂ ਸਾਡੀ ਅੱਜ ਦੀ ਜਿਹੜੀ ਲੜੀ ਸੀ ਉਹ ਕੰਪਲੀਟ ਹੋ ਗਈ। ਠੀਕ ਹੈ, ਤਾਂ ਅੱਜ ਤੁਹਾਨੂੰ ਜੋ ਵੀ ਕਰਾਇਆ ਗਿਆ ਉਸ ਨੂੰ ਆਪਦੇ ਤੌਰ 'ਤੇ ਸਵਾਲ ਕਰਕੇ ਦੇਖੋ। ਇਹਦੇ ਨਾਲ ਦੇ ਹੋਰ ਵੀ ਸਵਾਲ ਕਰਕੇ ਦੇਖੋ ਤਾਂ ਕਿ ਇਹ ਤੁਹਾਨੂੰ ਚੰਗੀ ਤਰ੍ਹਾਂ ਕਨਸੈਪਟ ਹੈ ਜਿਹੜਾ ਕਲੀਅਰ ਹੋ ਜਾਏ। ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।